ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ, ਮੀਡੀਆ ਦਾ ਵੀ ਤੇ ਹਲਕੇ ਦੇ ਜਿਹੜੇ ਸਾਡੇ ਵੋਟਰ ਹੋ ਗਏ, ਚਾਹੇ ਹਲਕੇ ਦੇ ਆਮ ਲੋਕ ਹੋ ਗਏ, ਜਿਨ੍ਹਾਂ ਨੇ ਪਿਛਲੇ ਦਿਨੀ ਜਦੋਂ ਤਲਵੰਡੀ ਸਾਬੋ ਤੋਂ ਚੱਲ ਕੇ 16 ਤਰੀਕ ਤੋਂ 19 ਤਰੀਕ ਤੱਕ ਪੰਜਾਬ ਅਧਿਕਾਰ ਯਾਤਰਾ ਲੋਕ ਇਨਸਾਫ ਪਾਰਟੀ ਨੇ ਸਰਦਾਰ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਦੇ ਵਿੱਚ 16 ਤੋਂ 19 ਤਰੀਕ ਤੱਕ ਤਲਵੰਡੀ ਸਾਬੋ ਚੱਲੇ ਤੇ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਤੱਕ ਦੀ ਜਿਹੜੀ ਇਹ ਕਰੀਬ 700 ਕਿਲੋਮੀਟਰ ਦੀ ਯਾਤਰਾ, ਜਿਹਦੇ 'ਚ 11 ਜ਼ਿਲ੍ਹੇ ਕਵਰ ਕੀਤੇ ਗਏ, ਮਾਲਵੇ ਦੇ ਕਰੀਬ 11 ਜ਼ਿਲ੍ਹੇ ਕਵਰ ਕੀਤੇ ਗਏ। ਤੇ ਜਿਸ ਤਰੀਕੇ ਬੇਸ਼ੁਮਾਰ ਬੇਹਿਸਾਬ ਪਿਆਰ ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਬਸ਼ਿੰਦਿਆਂ ਨੇ, ਪੰਜਾਬ ਦੇ ਵੋਟਰ ਨੇ ਦਿੱਤਾ, ਉਹਦੇ ਲਈ ਤੁਹਾਡਾ ਸਾਰਿਆਂ ਦਾ, ਪੰਜਾਬ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ। ਤੇ ਦੂਸਰਾ ਅੱਜ ਦਾ ਜਿਹੜਾ ਮੇਨ ਰੀਜ਼ਨ ਆ, ਮੁੱਖ ਮੁੱਦਾ ਹੈ, ਉਹ ਇੱਕ ਪਿਛਲੇ ਦਿਨੀ ਜੋ ਲੋਕ ਇਨਸਾਫ ਪਾਰਟੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਬੈਂਸ ਜੀ ਉੱਪਰ ਇੱਕ ਮਹਿਲਾ ਵੱਲੋਂ ਰੇਪ ਦੇ ਐਲੀਗੇਸ਼ਨਸ ਲਗਾਏ ਗਏ। ਮੈਂ ਅੱਜ ਉਹਦੇ ਬਾਰੇ, ਕਿਉਂਕਿ ਜਦੋਂ ਅਸੀਂ ਯਾਤਰਾ ਹੋਈ ਤੇ ਮੀਡੀਆ ਨੇ ਸਵਾਲ ਕੀਤੇ, ਸਮੇਂ ਦੀ ਘਾਟ ਕਰਕੇ ਪੂਰਾ ਬਰੀਫਲੀ ਜਿਹੜਾ ਸੀਗਾ ਉਹ ਐਕਸਪਲੇਨ ਨਹੀਂ ਕਰ ਸਕੇ ਬੈਂਸ ਸਾਹਿਬ, ਕਿਉਂਕਿ ਅੱਗੇ ਵੀ ਪ੍ਰੋਗਰਾਮ ਹੁੰਦੇ ਸੀ। ਮੈਂ ਅੱਜ ਤੁਹਾਨੂੰ ਪੂਰਾ ਡੂੰਘਾਈ ਨਾਲ ਉਹ ਸਾਰੇ ਮੁੱਦੇ ਤੋਂ ਜਾਣੂ ਕਰਵਾਉਣਾ ਚਾਹੁੰਦਾ। ਇਹ ਮਹਿਲਾ ਜਿਹੜੀ ਲੁਧਿਆਣੇ ਦੀ ਰਹਿਣ ਵਾਲੀ ਹੈ, ਗੁਰਦੀਪ ਕੌਰ ਇਹਦਾ ਨਾਮ ਹੈ, ਗੁਰਦੀਪ ਕੌਰ ਪਤਨੀ ਲੇਟ ਜਸਪਾਲ ਸਿੰਘ। ਇਹ ਲੁਧਿਆਣੇ ਦੀ ਰਹਿਣ ਵਾਲੀ ਆ, ਲੁਧਿਆਣੇ 'ਚ ਵਿਆਹੀ ਹੋਈ ਹੈ। ਸਭ ਤੋਂ ਪਹਿਲਾ ਇਲਜ਼ਾਮ ਤੁਸੀਂ ਵੀ ਸੁਣਿਆ ਹੋਣਾ ਉਹਦੇ ਇੰਟਰਵਿਊ ਦੇ ਵਿੱਚ, ਪਹਿਲਾਂ ਉਹਨੇ ਕਿਹਾ ਕਿ ਮੈਂ ਬੈਂਸ ਸਾਹਿਬ ਨੂੰ ਜਾਣਦੀ ਨਹੀਂ, ਜਦਕਿ ਉਹਦੇ ਸਹੁਰੇ ਵੀ ਉੱਥੇ ਆ ਤੇ ਪੇਕੇ ਵੀ ਉੱਥੇ ਆ। ਸੋ ਜਿਹੜੇ ਨੇ ਰੇਪ ਦੇ ਐਲੀਗੇਸ਼ਨਸ ਲਗਾਏ, ਕਿਹੜੇ ਕਿਹੜੇ ਪੋਲੀਟੀਕਲ ਲੋਕਾਂ ਦਾ ਇਹਦੇ ਪਿੱਛੇ ਹੱਥ ਆ, ਕੌਣ ਕੌਣ ਲੋਕ ਇਹਦੇ ਬੈਕ 'ਤੇ ਖੜੇ ਆ, ਮੈਂ ਉਹਨਾਂ ਸਾਰਿਆਂ ਦਾ ਅੱਜ ਖੁਲਾਸਾ ਕਰਨ ਜਾ ਰਹੇ ਹਾਂ। ਤੁਸੀਂ ਦੇਖਿਆ ਹੋਣਾ, ਕੱਲ੍ਹ ਵੀ ਅਕਾਲੀ ਦਲ ਵੱਲੋਂ ਬੈਂਸ ਸਾਹਿਬ ਦਾ ਜਿਹੜੀ ਰਿਹਾਇਸ਼ ਆ ਕੋਟ ਮੰਗਲ ਸਿੰਘ ਵਿਖੇ, ਉਹਦਾ ਘਿਰਾਓ ਕਰਨ ਦੀ, ਦਫ਼ਤਰ ਦਾ ਤੇ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਜਿਹੜੇ ਪੰਜਾਬ ਦੇ ਲੋਕ ਆ ਉਹ ਸੱਚ ਨੂੰ ਜਾਣਦੇ ਆ। ਪੰਜਾਬ ਦੀ ਜਨਤਾ, ਪੰਜਾਬ ਦੇ ਲੋਕ ਸਿਮਰਜੀਤ ਸਿੰਘ ਬੈਂਸ ਦੀ ਛਵੀ ਨੂੰ ਬੜੀ ਚੰਗੀ ਤਰ੍ਹਾਂ ਪਹਿਚਾਣਦੇ ਆ। ਤੇ ਲੁਧਿਆਣੇ ਦੇ ਵਿੱਚ ਮੇਰੇ ਖਿਆਲ 'ਚ 50 ਕੁ ਬੰਦਿਆਂ ਤੋਂ ਵੀ ਥੋੜ੍ਹੇ ਬੰਦੇ ਅਕਾਲੀ ਦਲ ਦੇ ਇਕੱਠੇ ਹੋਏ, ਮੀਡੀਆ ਨੇ ਕਵਰੇਜ ਕੀਤੀ। ਮੀਡੀਆ ਦੇ ਪੱਤਰਕਾਰ ਜ਼ਿਆਦਾ ਸੀ ਤੇ ਅਕਾਲੀ ਦਲ ਦੇ ਸਪੋਰਟਰ ਬੜੇ ਥੋੜ੍ਹੇ ਸੀ। ਸੋ ਪੰਜਾਬ ਦੇ ਲੋਕਾਂ ਨੇ, ਲੁਧਿਆਣੇ ਦੇ ਵੋਟਰ ਨੇ ਉਹਨਾਂ ਦੀ ਇਸ ਕਾਲ ਨੂੰ ਨਕਾਰਿਆ। ਤੇ ਜਿਹੜੇ ਅੱਜ ਕੱਲ੍ਹ ਅਕਾਲੀ ਦਲ ਦੇ ਦੋ ਵੱਡੇ ਲੀਡਰ, ਇੱਕ ਹੈਗੇ ਆ ਮਹੇਸ਼ਿੰਦਰ ਸਿੰਘ ਗਰੇਵਾਲ ਐਂਡ ਅਨਦਰ ਵਨ ਇਜ਼ ਹੀਰਾ ਸਿੰਘ ਗਾਬੜੀਆਂ। ਇਹ ਦੋਨੋਂ ਬੰਦੇ ਬੜਾ ਅੱਜ ਕੱਲ੍ਹ ਰੌਲਾ ਪਾ ਰਹੇ ਆ, ਪ੍ਰੈਸ ਕਾਨਫਰੰਸਿਸ ਕਰ ਰਹੇ ਆ। ਤੇ ਮੈਂ ਅੱਜ ਇਹਨਾਂ ਬਾਰੇ ਸਾਰਾ ਤੁਹਾਨੂੰ ਦੱਸਣ ਜਾ ਰਿਹਾ ਕਿ ਇਹ ਸਾਰੀ ਜਿਹੜਾ ਗੇਮ ਪਲਾਨ ਹੈ ਕਿਹਨੇ ਤਿਆਰ ਕੀਤਾ ਤੇ ਕਿਸ ਤਰੀਕੇ ਤਿਆਰ ਕੀਤਾ। ਜਦੋਂ ਇਹ ਲੇਡੀ ਕੰਪਲੇਂਟ ਫਾਈਲ ਕਰਨ ਜਾਂਦੀ ਹੈ ਤੇ ਫੋਟੋਗ੍ਰਾਫਸ ਆਈਆਂ ਸਾਹਮਣੇ, ਤੇ ਫੋਟੋਗ੍ਰਾਫ ਦੇ ਵਿੱਚ ਜਿਹੜਾ ਵਕੀਲ ਨਾਲ ਗਿਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਇਹਨਾਂ ਦਾ ਲੀਗਲ ਮੀਡੀਆ ਐਡਵਾਈਜ਼ਰ ਆ, ਤੇ ਮਹੇਸ਼ਿੰਦਰ ਸਿੰਘ ਗਰੇਵਾਲ ਦਾ ਬੜਾ ਨੇੜਲਾ ਬੰਦਾ, ਜਿਹੜੀਆਂ ਕੱਲ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਲੁਧਿਆਣੇ ਉਹਨਾਂ ਦੇ ਫੋਟੋਗ੍ਰਾਫਸ ਵੀ ਦਿਖਾਈਆਂ ਗਈਆਂ ਮਹੇਸ਼ਿੰਦਰ ਸਿੰਘ ਗਰੇਵਾਲ ਨਾਲ। ਤੇ ਉਹਦਾ ਨਾਮ ਹੈ ਇੰਦਰਪਾਲ ਸਿੰਘ ਨੋਪੀ। ਤੇ ਇਸ ਬੰਦੇ ਨੇ ਉਸ ਲੇਡੀ ਦੇ ਬਿਆਨ ਦਰਜ ਕਰਾਇਆ। ਸੋ ਇਹਨਾਂ ਦੀ ਅਕਾਲੀਆਂ ਦੀ ਜਿਹੜੀ ਛਵੀ ਆ ਉਹ ਤੋਂ ਲੋਕ ਭਲੀ ਭਾਂਤੀ ਜਿਹੜਾ ਜਾਣੂ ਨੇ। ਮੈਂ ਤੁਹਾਨੂੰ ਅੱਜ ਉਸ ਲੇਡੀ ਦਾ ਜਿਹੜਾ ਸਾਰਾ ਇਹ ਕੀ ਇਹਦੇ ਜਿਹੜੇ ਰੀਜ਼ਨਸ ਹੋਏ ਤੇ ਸਾਰਾ ਕੁਝ ਤੁਹਾਨੂੰ ਮੈਂ ਉਹ ਵੀ ਦੱਸੂਗਾ। ਇਹਦੇ ਨਾਲ ਮੈਂ ਤੁਹਾਨੂੰ ਜਿਹੜੇ ਗਾਬੜੀਆਂ ਸਾਹਿਬ ਮੰਤਰੀ ਹੁੰਦੇ ਹੋਏ ਸਿਮਰਜੀਤ ਬੈਂਸ ਦੇ ਖਿਲਾਫ ਚੋਣ ਲੜਦੇ ਆ ਤੇ 30-35 ਹਜ਼ਾਰ ਵੋਟਾਂ ਦੇ ਫਰਕ ਤੇ ਹਾਰਦੇ ਆ। ਲਗਾਤਾਰ ਦੋ ਚੋਣਾਂ 30-40 ਹਜ਼ਾਰ ਦੇ ਫਰਕ ਤੇ ਗਾਬੜੀਆਂ ਸਾਹਿਬ ਹਾਰ ਕੇ ਗਏ ਆ, ਉਹ ਵੀ ਇੱਕ ਆਜ਼ਾਦ ਯੰਗ ਲੀਡਰ ਤੋਂ। ਤੇ ਦੂਸਰੇ ਮਹੇਸ਼ਿੰਦਰ ਗਰੇਵਾਲ, ਉਹ ਵੀ ਐਤਕੀ ਜਿਹੜੀ ਲੋਕ ਸਭਾ ਦੀ ਚੋਣ ਹੋਈ ਤੇ ਤੀਜੇ ਨੰਬਰ ਤੇ ਰਹੇ।
ਮਹੇਸ਼ਿੰਦਰ ਗਰੇਵਾਲ ਇੱਕ ਚੱਲਿਆ ਕਾਰਤੂਸ ਜਿਹੜਾ ਆਪਦੇ ਜਿਹੜਾ ਉਹਦਾ ਘਰ ਦਾ ਬੂਥ ਹੈ ਜਿੱਥੇ ਉਹਦਾ ਪਰਿਵਾਰ ਵੋਟ ਪਾਉਣ ਜਾਂਦਾ ਤੇ ਉੱਥੋਂ ਆਪਦੇ ਘਰ ਦੇ ਬੂਥ ਤੋਂ ਵੀ ਹਾਰਿਆ। ਤੇ ਇਹਦੇ ਨਾਲ ਮੀਡੀਆ ਦਾ ਇੱਕ ਚੈਨਲ, ਮੈਂ ਇੱਕ ਚੈਨਲ ਨੂੰ ਟਾਰਗੇਟ ਕਰ ਰਿਹਾ, ਡੇਲੀ ਪੋਸਟ ਪੰਜਾਬੀ। ਤੇ ਡੇਲੀ ਪੋਸਟ ਦੇ ਉੱਪਰ ਸਾਰਾ ਦਿਨ ਬੈਂਸ ਦੇ ਖਿਲਾਫ ਖਬਰਾਂ ਲਾਈਆਂ ਜਾਂਦੀਆਂ। ਕਾਰਨ ਕੀ ਹੈ? ਮੀਡੀਆ ਦੀ ਆਜ਼ਾਦੀ ਵਾਸਤੇ ਸਿਮਰਜੀਤ ਸਿੰਘ ਬੈਂਸ ਨੇ ਬੜਾ ਵੱਡਾ ਸੰਘਰਸ਼ ਕੀਤਾ ਫਾਸਟਵੇ ਕੇਬਲ ਨੈਟਵਰਕ ਦੇ ਖਿਲਾਫ। ਤੇ ਮੈਂ ਉਸ ਲੇਡੀ ਦਾ ਜਿਹੜਾ ਕਰੈਕਟਰ ਹੈ ਮੈਂ ਤੁਹਾਨੂੰ ਉਹ ਦੱਸਣ ਜਾ ਰਿਹਾ ਕਿ ਉਹ ਕਿਸ ਕਿਸਮ ਦਾ ਉਹਦਾ ਕਰੈਕਟਰ ਰਿਹਾ। ਇਹ ਜਿਹੜਾ ਅਸਲ ਮੁੱਦਾ ਸ਼ੁਰੂ ਹੁੰਦਾ ਹੈ, ਇਹ ਲੇਡੀ ਨੇ ਇੱਕ ਈਸ਼ਰ ਨਗਰ ਲੁਧਿਆਣੇ ਦੇ ਵਿੱਚ ਈਸ਼ਰ ਨਗਰ ਏਰੀਏ ਦੇ ਵਿੱਚ ਇੱਕ ਘਰ ਖਰੀਦਿਆ ਸੀ। 75 ਗਜ ਦਾ ਉਹ ਮਕਾਨ ਸੀਗਾ 16.5 ਲੱਖ ਰੁਪਏ ਦੇ ਵਿੱਚ, ਜਿਹਦੇ ਤੇ 10 ਲੱਖ ਰੁਪਏ ਦਾ ਇਹਨੇ ਬੈਂਕ ਤੋਂ ਲੋਨ ਲਿਆ ਸੀ। ਤੇ ਫਰੋਮ ਦਾ ਡੇ 1 ਇਹ ਬੈਂਕ ਦੀ ਡਿਫਾਲਟਰ ਆ, ਇਹਨੇ ਕੋਈ ਕਿਸ਼ਤ ਨਹੀਂ ਭਰੀ। ਜਦੋਂ ਜਿਹੜਾ ਲੋਨ ਸੀ ਉਹਦੀ ਕੀਮਤ ਵੱਧ ਕੇ 10,40,000 ਰੁਪਇਆ ਹੋ ਗਈ। ਕਿਸ਼ਤਾਂ ਟੁੱਟਣ ਤੋਂ ਬਾਅਦ ਹਾਲਾਤ ਇੱਥੇ ਤੱਕ ਆ ਗਏ ਕਿ ਬੈਂਕ ਨੇ ਉਹ ਮਕਾਨ ਦੀ ਕੁਰਕੀ ਕਰਨੀ ਸੀ। ਤੇ ਇਹ ਲੇਡੀ ਬੈਂਸ ਸਾਹਿਬ ਦੇ ਦਫ਼ਤਰ ਆਉਂਦੀ ਆ, ਕਿਉਂਕਿ ਲੁਧਿਆਣੇ 'ਚ ਕੀ ਹੁਣ ਤਾਂ ਪੂਰੇ ਪੰਜਾਬ ਦੇ ਵਿੱਚ ਇੱਕ ਲੋਕਾਂ ਦੀ ਆਵਾਜ਼ ਆ ਕਿ ਸੂਈ ਤੋਂ ਲੈ ਕੇ ਜਹਾਜ਼ ਤੱਕ ਦਾ ਜੇ ਕੋਈ ਮਸਲਾ ਅੜ ਜੇ ਤਾਂ ਲੋਕ ਸਿਮਰਜੀਤ ਬੈਂਸ ਕੋਲੇ ਜਾਂਦੇ ਆ। ਤੇ ਇਹ ਉੱਥੇ ਆਉਂਦੀ ਆ ਕੇ ਉਹਨਾਂ ਤੋਂ ਮਦਦ ਵਾਸਤੇ ਕਹਿੰਦੀ ਆ ਕਿ ਮੇਰਾ ਘਰ ਜਿਹੜਾ ਮੇਰਾ ਜਾ ਰਿਹਾ ਬੈਂਕ ਕੋਲ ਕੋਣ ਜਾ ਰਿਹਾ, ਮੇਰੀ ਮਦਦ ਕਰੋ, ਮੇਰੇ ਕੋਈ ਇਹਦਾ ਹੱਲ ਕੱਢ ਕੇ ਦਿਓ। ਤੇ ਉੱਥੇ ਆ ਕੇ ਇਹਨੇ ਜਦੋਂ ਬੇਨਤੀ ਕੀਤੀ ਤਾਂ ਬੈਂਸ ਸਾਹਿਬ ਨੇ ਜਿਵੇਂ ਇਹਦਾ ਹੱਲ ਕੱਢਣ ਵਾਸਤੇ ਇਸੇ ਦੇ ਇਲਾਕੇ ਦਾ ਇੱਕ ਸੁਖਚੈਨ ਬਿਲਡਰ ਆ, ਕੇ ਬਿਲਡਰ ਦੇ ਨਾਮ ਨਾਲ ਸੁਖਚੈਨ ਸਿੰਘ ਉਹ ਬਿਲਡਰ ਆ। ਤੇ ਬੈਂਸ ਸਾਹਿਬ ਦਾ ਉਹ ਜਾਣਕਾਰ ਆ, ਉਹਨੂੰ ਫੋਨ ਕੀਤਾ ਕਿ ਯਾਰ ਇੱਕ ਇੱਦਾਂ ਕਰਕੇ ਇੱਕ ਲੇਡੀ ਆ ਬੜੀ ਵਿਚਾਰੀ ਪ੍ਰੋਬਲਮ 'ਚ, ਉਹਦਾ ਹੱਲ ਕਰਾ ਕੇ ਦਿਓ। ਤੇ ਇਹਦਾ ਮਕਾਨ ਦਾ ਜਿਹੜਾ ਸੌਦਾ ਉਹ ਸਰਦਾਰ ਸਿਮਰਜੀਤ ਸਿੰਘ ਬੈਂਸ ਨੇ ਕਰਵਾਤਾ। ਉਹ ਸੌਦੇ ਦੇ ਬਦਲੇ ਇਹਨੂੰ 4,60,000 ਰੁਪਇਆ ਜਿਹੜਾ ਕੈਸ਼ ਇਸ ਲੇਡੀ ਨੂੰ ਸੁਖਚੈਨ ਨੇ ਦਿੱਤਾ। ਨਾਲ ਜਿਹੜਾ 10,40,000 ਦਾ ਜਿਹੜਾ ਲੋਨ ਸੀਗਾ ਬੈਂਕ ਕੋਲ, ਉਹ ਸਾਰਾ ਲੋਨ ਕਲੀਅਰ ਕਰਵਾਇਆ। ਪਲੱਸ ਇਹਨੂੰ ਨਾਲ ਇੱਕ 60 ਗਜ ਦਾ ਪਲਾਟ ਘਰ ਬਣਾਉਣ ਵਾਸਤੇ ਉਹ ਤੋਂ ਦਵਾਇਆ। ਉਹ ਤੋਂ ਬਾਅਦ ਲੋਕਡਾਊਨ ਲੱਗ ਜਾਂਦਾ ਹੈ। ਲੋਕਡਾਊਨ ਦੇ ਸਮੇਂ ਦੇ ਦੌਰਾਨ ਇਹਦੇ ਹਸਬੈਂਡ ਦੀ, ਇਹਦੇ ਘਰ ਵਾਲੇ ਦੀ ਡੈਥ ਹੋ ਜਾਂਦੀ ਹੈ। ਤੇ ਡੈਥ ਹੋਣ ਤੋਂ ਬਾਅਦ ਇਹ ਫੇਰ ਬੈਂਸ ਸਾਹਿਬ ਕੋਲ ਜਾਂਦੀ ਆ ਕਿ ਇੱਦਾਂ ਮੇਰੀਆਂ ਫਾਈਨੈਂਸ਼ੀਅਲ ਕੰਡੀਸ਼ਨਸ ਜਿਹੜੀਆਂ ਉਹ ਬੜੀਆਂ ਹਿੱਲ ਗਿਆ ਪਰਿਵਾਰ, ਕਿਉਂਕਿ ਮੇਰਾ ਇੱਦਾਂ ਦੀ ਇੱਕ ਟ੍ਰੈਜਡੀ ਹੋ ਗਈ, ਮੇਰੇ ਹਸਬੈਂਡ ਜਿਹੜੇ ਐਕਸਪਾਇਰ ਹੋ ਗਏ, ਕਿ ਜਿਹੜਾ ਮੇਰਾ 60 ਗਜ ਦਾ ਤੁਸੀਂ ਮੈਨੂੰ ਪਲਾਟ ਲੈ ਕੇ ਦਿੱਤਾ ਸੀ ਮੈਂ ਉਹ ਵੇਚਣਾ ਚਾਹੁੰਦੀ ਹਾਂ। ਤੇ ਬੈਂਸ ਸਾਹਿਬ ਨੇ ਦੁਬਾਰਾ ਸੁਖਚੈਨ ਨੂੰ ਕਾਲ ਕੀਤੀ ਵੀ ਜਿਹੜਾ ਉਹ 60 ਗਜ ਦਾ ਪਲਾਟ ਤੂੰ ਇਹਨੂੰ ਦਿੱਤਾ ਸੀ ਉਹ ਦੁਬਾਰਾ ਅੱਗੇ ਉਹਨੂੰ ਵੀ ਸੇਲ ਕਰਨਾ ਚਾਹੁੰਦੀ। ਪਰ ਲੋਕਡਾਊਨ ਲੱਗ ਕੇ ਗਿਆ ਸੀ ਤੇ ਕਿਸੇ ਕੋਲ, ਆਪਾਂ ਨੂੰ ਸਾਰਿਆਂ ਨੂੰ ਪਤਾ ਫਾਈਨੈਂਸ਼ੀਅਲ ਕੰਡੀਸ਼ਨਸ ਹਰ ਬੰਦੇ ਦੀਆਂ ਉਦੋਂ ਹਿੱਲੀਆਂ ਹੋਈਆਂ ਸੀ। ਸੁਖਚੈਨ ਕਹਿੰਦਾ ਜੀ ਮੈਂ ਇਹ ਪਲਾਟ ਨਹੀਂ ਖਰੀਦ ਸਕਦਾ, ਮੇਰੇ ਕੋਲੇ ਕੈਸ਼ ਹੈ ਨਹੀਂ। ਪਰ ਇਹ ਬੜੇ ਇਹਦੇ ਤਰਲੇ ਕੱਢਣ ਤੋਂ ਬਾਅਦ ਉਹ ਕਹਿੰਦੇ ਵੀ ਤੂੰ ਇੱਦਾਂ ਕਰ, ਇਹਦੀ ਪੇਮੈਂਟ ਇੱਕ ਵਾਰ 'ਚ ਤੂੰ ਨਹੀਂ ਦੇ ਸਕਦਾ, ਤੂੰ ਮਕਾਨ ਇਹਦਾ ਜਿਹੜਾ ਕਿਸ਼ਤਾਂ 'ਚ ਇਹਨੂੰ ਪੇਮੈਂਟ ਕਰ। ਤੇ ਉਹ ਤੋਂ ਬਾਅਦ ਜਿਹੜੀ ਇਹਨੂੰ ਸਾਰੀ ਜਿਹੜੀ ਪੇਮੈਂਟ ਆ ਉਹ ਕਿਸ਼ਤਾਂ 'ਚ ਕੀਤੀ ਜਾਂਦੀ ਆ। ਤੇ ਉਸੇ ਸਮੇਂ ਦੌਰਾਨ ਇਹ ਲੇਡੀ 20 ਸਤੰਬਰ ਨੂੰ OSD ਦੇ ਨਾਲ ਜਾ ਕੇ ਜਿਹੜੀ ਇਹਨੇ ਆਪਣੀ ਸ਼ਿਕਾਇਤ ਦਰਜ ਕਰਾਈ ਹੈ। ਤੇ 20 ਸਤੰਬਰ ਨੂੰ OSD ਦੇ ਨਾਲ ਜਾ ਕੇ CM ਤੋਂ ਮਾਰਕ ਕਰਾ ਕੇ ਇੱਕ ਦਰਖਾਸਤ ਦਿੰਦੀ ਆ। ਤੇ 1 ਅਕਤੂਬਰ ਨੂੰ ਉਹਦੇ 'ਚ ਲਿਖਦੀ ਹੈ, ਆਪਣੇ ਜਿਹੜੀ ਦਰਖਾਸਤ ਦਿੱਤੀ ਉਹਦੇ ਵਿੱਚ ਲਿਖਿਆ ਗਿਆ ਕਿ 1 ਅਕਤੂਬਰ ਨੂੰ ਜਸਬੀਰ ਕੌਰ ਭਾਬੀ ਜਿਹੜੀ ਉੱਥੇ ਇਹਦੇ ਗੁਆਂਢ 'ਚ ਰਹਿਣ ਵਾਲੀ ਲੇਡੀ ਆ, ਕਿ ਮੈਨੂੰ ਉਹਦੇ ਘਰ ਬੁਲਾਇਆ ਬੈਂਸ ਨੇ ਤੇ 26 ਸਾਲ ਦੇ ਲੜਕੇ ਨੂੰ ਉੱਪਰ ਭੇਜ ਕੇ ਮੇਰੇ ਨਾਲ ਜਿਹੜਾ ਰੇਪ ਕੀਤਾ ਗਿਆ ਤੇ ਮੈਂ ਰੋਂਦੀ ਕਰਲਾਉਂਦੀ ਆਪਣੇ ਘਰ ਵਾਪਸ ਗਈ। ਤੇ 1 ਅਕਤੂਬਰ ਨੂੰ ਇਹ ਵਿੱਚ ਲਿਖਦੀ ਆ ਤੇ 8 ਅਕਤੂਬਰ ਨੂੰ ਇਹਨੂੰ ADCP ਦੇ ਦਫ਼ਤਰ 'ਚੋਂ ਫੋਨ ਆਇਆ। 9 ਅਕਤੂਬਰ ਨੂੰ ਇਹ ਕਹਿੰਦੀ ਆ ਵੀ ਮੈਂ SP ਸਾਹਿਬ ਦੇ ਪੇਸ਼ ਹੋਈ ਹਾਂ। ਤੇ ਉਧਰ 8 ਅਕਤੂਬਰ ਨੂੰ ਹੈ ਜਿਸ ਦਿਨ ਇਹਨੂੰ ਕਾਲ ਆਉਂਦੀ ਹੈ ADCP ਦੇ ਦਫ਼ਤਰ ਦੇ ਵਿੱਚੋਂ। ਤੇ 8 ਅਕਤੂਬਰ ਨੂੰ ਇਹ ਲਾਸਟ ਜਿਹੜੀ ਇੰਸਟਾਲਮੈਂਟ ਰਹਿੰਦੀ ਸੀ 30,000 ਰੁਪਏ ਦੀ ਉਸ ਬਿਲਡਰ ਤੋਂ ਲੈ ਕੇ ਆਉਂਦੀ ਆ। ਜਦ ਕਿ ਉਸ ਬਿਲਡਰ ਦੇ ਉੱਪਰ ਵੀ ਇਹਨੇ ਸੇਮ ਜਿਹੜੇ ਆਰੋਪ ਲਾਏ ਆ, ਪਹਿਲਾਂ ਇਹਨੇ ਉਸ ਬਿਲਡਰ ਦੇ ਸੁਖਚੈਨ ਦੇ ਉੱਪਰ ਸੇਮ ਆਰੋਪ ਲਾਏ ਜਾਂਦੇ ਆ ਕਿ ਇਸ ਬਿਲਡਰ ਨੇ ਮੇਰਾ ਸਰੀਰਕ ਸ਼ੋਸ਼ਣ ਕੀਤਾ। ਤੇ ਬਾਅਦ ਦੇ ਵਿੱਚ ਜਦੋਂ ਇਹਦੇ ਤਾਂ ਕਿ ਉਹਦੇ ਵੱਧ ਜਿਹੜੀ ਅਮਾਊਂਟ ਹੈ ਉਹ ਹਥਿਆਉਣੀ ਚਾਹੁੰਦੀ ਸੀ, ਉਹ ਤੋਂ ਬਾਅਦ ਮੇਰੇ ਕੋਲੇ ਉਹਦਾ ਇਹ ਜਿਹੜਾ ਇਹਨੇ
ਆਪਣਾ ਰਾਜੀ ਬੰਦਾ ਕੀਤਾ, 30,000 ਰੁਪਇਆ ਲੈਂਦੀ ਆ ਤੇ ਉਹਦੇ ਨਾਲ ਰਾਜੀ ਬੰਦਾ ਕਰਦੀ ਆ। ਤੇ ਇਹਦੇ 'ਚ ਲਿਖਦੀ ਆ, ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ। ਮੈਂ ਪਤਨੀ ਗੁਰਦੀਪ ਕੌਰ ਪਤਨੀ ਲੇਟ ਜਸਪਾਲ ਸਿੰਘ ਵਾਸੀ ਗਲੀ ਨੰਬਰ 11L ਨੇੜੇ ਪਧਾਰ ਸਕੂਲ ਈਸ਼ਰ ਨਗਰ, ਉਮਰ ਕਰੀਬ 44 ਸਾਲ। ਬਿਆਨ ਕੀਤਾ ਹੈ ਕਿ ਮੈਂ ਉਕਤ ਪਤੇ ਪਰ ਕਿਰਾਏ ਦੇ ਮਕਾਨ ਤੇ ਰਹਿੰਦੀ ਹਾਂ। ਮੈਂ ਜੋ ਦਰਖਾਸਤ UDI ਨੰਬਰ 1891931 ਮਿਤੀ 5/10/2020 ਨੂੰ ਸੁਖਚੈਨ ਸਿੰਘ ਦੇ ਖਿਲਾਫ ਬਾਬਤ ਮਕਾਨ ਅਤੇ 60 ਵਰਗ ਗਜ ਦੇ ਪਲਾਟ ਦੀ ਫੁੱਲ ਐਂਡ ਫਾਈਨਲ ਦੇ ਪੈਸਿਆਂ ਦੇ ਲੈਣ ਦੇਣ ਦੇ ਝਗੜੇ ਸੰਬੰਧੀ ਸੁਖਚੈਨ ਸਿੰਘ ਵੱਲੋਂ ਮੈਨੂੰ, ਹੁਣ ਪੁਆਇੰਟ ਸੁਣਨ ਵਾਲਾ ਇਹ, ਸੁਖਚੈਨ ਸਿੰਘ ਵੱਲੋਂ ਮੈਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਕੇ ਅਰਸਾ 2 ਸਾਲ ਤੋਂ ਜਿਸਮਾਨੀ ਸਬੰਧ ਬਣਾਉਣ ਵਾਸਤੇ ਦਬਾਅ ਪਾਉਣ ਦੇ ਅਤੇ ਹੋਰ ਦੋਸ਼ ਲਗਾ ਕੇ ਦਿੱਤੀ ਸੀ। ਇਸ ਦਰਖਾਸਤ ਸੰਬੰਧੀ ਮੇਰਾ ਵਿਰੋਧੀ ਧਿਰ ਸੁਖਚੈਨ ਸਿੰਘ ਨਾਲ ਆਪਸੀ ਸਹਿਮਤੀ ਨਾਲ ਸਮਝੌਤਾ ਹੋਇਆ ਹੈ ਕਿ ਮੈਂ ਵਿਰੋਧੀ ਧਿਰ ਸੁਖਚੈਨ ਸਿੰਘ ਨੇ ਮੈਨੂੰ ਉਕਤ ਪਲਾਟ ਦੇ ਬਦਲੇ ਬਕਾਇਆ ਰਹਿੰਦੀ ਰਕਮ ਵਜੋਂ 60,000 ਰੁਪਏ ਮੈਂ ਵਸੂਲ ਪਾ ਲਏ ਹਨ ਅਤੇ ਉਕਤ ਪਲਾਟ ਦਾ ਇਕਰਾਰਨਾਮਾ ਸੌਦਾ ਬੈ ਫੁੱਲ ਅਤੇ ਫਾਈਨਲ ਮੈਂ ਲਿਖਤੀ ਰੂਪ ਵਿੱਚ ਸੁਖਚੈਨ ਸਿੰਘ ਦੇ ਹੱਕ ਵਿੱਚ ਕਰ ਦਿੱਤਾ ਹੈ। ਮੇਰਾ ਹੁਣ ਤੋਂ ਅੱਗੇ ਤੋਂ ਵਿਰੋਧੀ ਧਿਰ ਸੁਖਚੈਨ ਸਿੰਘ ਨਾਲ ਕਿਸੇ ਪ੍ਰਕਾਰ ਦਾ ਮਕਾਨ ਪਲਾਟ ਵਗੈਰਾ ਦਾ ਕੋਈ ਲੈਣ ਦੇਣ ਜਾਂ ਆਪਸੀ ਝਗੜਾ ਨਹੀਂ ਹੈ। ਨਾ ਹੀ ਮੈਂ ਭਵਿੱਖ ਵਿੱਚ ਇਸ ਮਕਾਨ ਪਲਾਟ ਸੰਬੰਧੀ ਕੋਈ ਕਲੇਮ ਕਰਾਂਗੀ। ਦਰਖਾਸਤ ਵਿੱਚ ਜੋ ਮੈਂ ਸੁਖਚੈਨ ਸਿੰਘ ਦੇ ਖਿਲਾਫ ਜਿਸਮਾਨੀ ਸਬੰਧ ਬਣਾਉਣ ਲਈ ਦਬਾਅ ਪਾਉਣ ਦੇ ਜੋ ਦੋਸ਼ ਲਾਏ ਸੀ, ਇਹ ਦੋਸ਼ ਮੈਂ ਗਲਤਫਹਿਮੀ ਵਿੱਚ ਲਗਾਏ ਸੀ। ਇਹ ਲੇਡੀ ਆਪਣੇ ਮੂੰਹੋਂ ਕਹਿ ਰਹੀ ਆ, ਮੁੱਕਰ ਰਹੀ ਆਪਣੀ ਕੀਤੀ ਗੱਲ ਤੋਂ। ਸੋ ਜਿਹੜੀ ਗੱਲ ਰਹੀ, ਇੱਕ ਪੱਤਰਕਾਰ ਸਾਹਿਬ ਨੇ ਉਹਨੂੰ ਸਵਾਲ ਕੀਤਾ ਕਿ ਤੁਸੀਂ ਅਕਾਲੀ ਦਲ ਨੂੰ ਟਾਰਗੇਟ ਕਰ ਰਹੇ ਹੋ। ਅਕਾਲੀ ਦਲ ਨੂੰ ਟਾਰਗੇਟ ਕਰਨ ਦਾ ਇੱਕ ਰੀਜ਼ਨ ਆ, ਬੀਜੇਪੀ ਨਾਲੋਂ ਗੱਠਜੋੜ ਟੁੱਟਣ ਤੋਂ ਬਾਅਦ ਜਿਸ ਤਰੀਕੇ ਪੰਜਾਬੀਆਂ ਦੇ ਨੱਕੋਂ ਬੁੱਲੋਂ ਅਕਾਲੀ ਪਹਿਲਾਂ ਹੀ ਲਏ ਹੋਏ ਸੀਗੇ, ਸੋ ਜਿਸ ਤਰੀਕੇ ਅਕਾਲੀ ਦਲ ਬੈਕਫੁੱਟ ਤੇ ਹੈ, ਸੋ ਇਹ ਤੁਸੀਂ ਇਹ ਵੀ ਦੇਖੋ, ਇਹ ਕੰਪਲੇਂਟ ਉਸ ਦਿਨ ਦਾਇਰ ਕੀਤੀ ਜਾਂਦੀ ਹੈ ਜਿਸ ਦਿਨ ਲੋਕ ਇਨਸਾਫ ਪਾਰਟੀ ਪੰਜਾਬ ਅਧਿਕਾਰ ਯਾਤਰਾ 16 ਨਵੰਬਰ ਨੂੰ ਸਟਾਰਟ ਕਰਦੀ ਹੈ, ਸੇਮ ਡੇ, ਤਾਂ ਕਿ ਲੋਕਾਂ ਦਾ ਧਿਆਨ ਜਿਹੜਾ ਹੈ ਉਸ ਪੰਜਾਬ ਅਧਿਕਾਰ ਯਾਤਰਾ ਤੋਂ ਭਟਕਾਇਆ ਜਾ ਸਕੇ। ਸੋ ਇਹਨਾਂ ਚੀਜ਼ਾਂ ਨੂੰ, ਕਿਉਂਕਿ ਅਕਾਲੀ ਦਲ ਸ਼ੁਰੂ ਤੋਂ ਇੱਕ ਖੇਤਰੀ ਪਾਰਟੀ ਆ, ਪੰਜਾਬ ਦੇ ਮੁੱਦਿਆਂ ਤੇ ਲੜਨ ਵਾਲੀ ਪਾਰਟੀ ਮੰਨੀ ਜਾਂਦੀ ਹੈ, ਸੋ ਅਕਾਲੀ ਦਲ ਮੁੱਦਾਹੀਨ ਹੋ ਚੁੱਕਿਆ। ਬੀਜੇਪੀ ਚਾਹੇ ਉਹ ਕਾਂਗਰਸ ਆ, ਚਾਹੇ ਉਹ ਆਮ ਆਦਮੀ ਪਾਰਟੀ ਆ, ਜਿਹੜੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਤੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਜਿਹੜੀ ਖੇਤਰੀ ਪਾਰਟੀ ਪੰਜਾਬ ਦੀ ਹੈ, ਉਹ ਅੱਜ ਦੀ ਸਮੇਂ ਦੇ ਵਿੱਚ ਲੋਕ ਇਨਸਾਫ ਪਾਰਟੀ ਅਸਲ ਮਾਇਨੇ ਦੇ ਵਿੱਚ ਜਿਹੜੀ ਪੰਜਾਬ ਦੇ ਮੁੱਦੇ ਉਠਾ ਰਹੀ ਆ ਔਰ ਪੰਜਾਬ ਦੇ ਹੱਕਾਂ ਲਈ ਲੜ ਰਹੀ ਹੈ। ਸੋ ਇਹਨਾਂ ਨੇ ਬੈਂਸ ਸਾਹਿਬ ਨੂੰ ਡੀਫੇਮ ਕਰਨ ਲਈ, ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਕੋਈ ਬੈਂਸ ਦੇ ਉੱਪਰ ਇਲਜ਼ਾਮ ਲਾਇਆ ਗਿਆ। ਕੋਈ ਐਸਾ ਇਲਜ਼ਾਮ ਨਹੀਂ ਹੈ ਜਿਹੜਾ ਵਿਰੋਧੀ ਧਿਰਾਂ ਵੱਲੋਂ ਬੈਂਸ ਦੇ ਉੱਪਰ ਨਾ ਲਾਇਆ ਗਿਆ ਹੋਵੇ। ਅਕਾਲੀ ਭਾਜਪਾ ਸਰਕਾਰ ਦੇ ਦੌਰਾਨ 1.5 ਦਰਜਨ ਦੇ ਕਰੀਬ ਜਿਹੜੇ ਮਾਮਲੇ ਆ ਉਹ ਬੈਂਸ ਉੱਪਰ ਦਰਜ ਹੁੰਦੇ ਆ, ਤੇ ਇਹ ਬੀਬੀ ਨੇ ਤਾਂ ਹਜੇ ਤੱਕ ਕੋਈ ਵੀ ਇਹਦੇ ਕਿਸੇ ਤਰ੍ਹਾਂ ਦਾ ਇਹਦਾ ਐਲੀਗੇਸ਼ਨ ਜਿਹੜਾ ਹੈ ਉਹਦਾ ਕੋਈ ਸਬੂਤ ਪ੍ਰੂਫ ਨਹੀਂ ਹੈ। ਇਹਨੇ ਇੱਕ ਬੜਾ ਹੋਰ ਇਹ ਗੱਲ ਕਹੀ ਆ, ਇਹਨਾਂ ਨੇ ਜਿਹੜੀ ਸਕ੍ਰਿਪਟ ਲਿਖੀ ਨਾ, ਇਹਦੀ ਪੂਰਾ ਡਰਾਮਾ ਰਚਿਆ ਇਹ, ਉਹਦੇ 'ਚ ਬੈਂਸ ਸਾਹਿਬ ਦੇ ਦਫ਼ਤਰ ਦੀ ਗੱਲ ਕੀਤੀ ਗਈ ਹੈ। ਤੇ ਤੁਹਾਡੇ 'ਚੋਂ ਸ਼ਾਇਦ ਕਈ ਜਰਨਲਿਸਟ ਉੱਥੇ ਆਮ ਦਿਨਾਂ 'ਚ ਗਏ ਵੀ ਹੋਣਗੇ। ਸਿਮਰਜੀਤ ਸਿੰਘ ਬੈਂਸ ਦਾ ਦਫ਼ਤਰ ਉਹ ਹੈ ਜਿੱਥੇ ਸਵੇਰੇ 7:30 ਵਜੇ ਲੋਕਾਂ ਦੀ ਭੀੜ ਲੱਗ ਜਾਂਦੀ ਹੈ ਤੇ ਰਾਤ ਨੂੰ 12 ਵਜੇ ਤੱਕ 200 300 ਬੰਦਾ ਉੱਥੇ ਉਸ ਦਫ਼ਤਰ ਦੇ ਵਿੱਚ ਮੌਜੂਦ ਹੁੰਦਾ। ਜਿਹੜੇ ਕੈਬਨ ਦੀ ਗੱਲ ਕਰ ਰਹੀ ਆ ਬੀਬੀ ਕਿ ਉਹ ਪਿਛਲੇ ਕੈਬਨ 'ਚ ਮੈਨੂੰ ਲਗਾਇਆ ਗਿਆ, ਇੱਦਾਂ ਵਟਐਵਰ, ਉਹ ਕੈਬਨ ਦਾ ਇੱਕ ਗੇਟ ਔਰ ਉਹਦੇ 'ਚ, ਔਰ ਜਿਹੜਾ ਕੈਬਨ ਦਾ ਪੂਰਾ ਗੇਟ ਆ ਉਹ ਸ਼ੀਸ਼ੇ ਦਾ, ਐਲੂਮੀਨੀਅਮ ਦਾ ਗੇਟ ਆ ਤੇ ਪੂਰਾ ਸ਼ੀਸ਼ੇ ਦਾ ਗੇਟ ਆ, ਤੇ ਨਾਲ ਬਹੁਤ ਵੱਡੀ ਇੱਕ ਵਿੰਡੋ ਉਹ ਵੀ ਸ਼ੀਸ਼ੇ ਦੀ ਹੈ ਜਿਹੜੀ ਕਿ ਮੇਨ ਹਾਲ 'ਚ ਖੁੱਲ੍ਹਦੀ ਹੈ ਜਿੱਥੇ ਸੈਂਕੜੇ ਲੋਕ ਬੈਠੇ ਹੁੰਦੇ ਆ। ਤੇ ਦੂਸਰੀ ਗੱਲ, ਉਹ ਕੈਬਨ ਇੰਨਾ ਛੋਟਾ ਹੈ, ਉੱਥੇ 3 ਕੁਰਸੀਆਂ ਇੱਕ ਸਾਈਡ 'ਤੇ ਲਗਾਈਆਂ ਗਈਆਂ, 1-2 ਬੰਦਿਆਂ ਦੇ ਬੈਠਣ ਵਾਲਾ ਸਿਰਫ ਇੱਕ ਸੋਫਾ ਲਾਇਆ ਗਿਆ, ਇੱਕ ਛੋਟਾ ਜਿਹਾ ਟੇਬਲ ਆ, ਤੇ ਉੱਥੇ ਮਤਲਬ ਜੇ 2-3 ਬੰਦੇ ਵੈਸੇ ਵੀ ਜੇ ਬੈਠਣਾ ਹੋਵੇ ਤਾਂ ਉਹ ਵੀ ਬੜਾ ਟਾਈਟ ਹੋ ਜਾਂਦਾ। ਸੋ ਉੱਥੇ ਜਾ ਕੇ ਇੱਕ ਰੇਪ ਹੋਣਾ, ਤੇ ਉੱਥੋਂ ਇਹ ਕਿੱਦਾਂ ਪੋਸੀਬਲ ਆ ਕਿ ਉੱਥੇ ਜੇ ਬੰਦਾ ਸ਼ਾਇਦ ਛਿੱਕ ਵੀ ਮਾਰਦਾ ਤੇ ਬਾਹਰ ਬੈਠੇ ਲੋਕਾਂ ਨੂੰ ਆਵਾਜ਼ ਸੁਣਦੀ ਆ। ਉਹਦੇ ਨਾਲ ਵੱਡਾ ਇੱਕ ਕੈਬਨ ਆ ਜੀ 'ਚ ਬੈਂਸ ਸਾਹਿਬ ਬੈਠਦੇ ਆ, ਦੂਜੇ ਪਾਸੇ ਜਥੇਦਾਰ ਬਲਵਿੰਦਰ ਸਿੰਘ ਬੈਂਸ ਜੀ ਦਾ ਕੈਬਨ ਆ, ਦੋਨਾਂ ਦੇ ਗੇਟ ਉਸ ਕੈਬਨ 'ਚ ਖੁੱਲ੍ਹਦੇ ਆ।
ਪਿੱਛੋਂ ਦੀ ਇੱਕ ਕਾਮਨ ਕੋਰੀਡੋਰ ਆ ਜਿੱਥੋਂ ਸਾਰਾ ਸਟਾਫ ਜਿਹੜੇ ਕਾਗਜ਼ ਪੱਤਰ ਲੈਣ ਦੇਣ ਕਰਨਾ, ਸਾਰਾ ਦਿਨ ਉੱਥੋਂ ਦੇ ਸਟਾਫ ਆਉਂਦਾ ਜਾਂਦਾ ਹੈ ਇੱਕ ਕੈਬਨ ਤੋਂ ਦੂਜੇ ਕੈਬਨ ਤੱਕ ਜਾਣ ਲਈ। ਤੇ ਉਧਰ ਵੀ ਬੜੀਆਂ ਬਹੁਤ ਵੱਡੀਆਂ ਵਿੰਡੋਜ਼ ਨੇ। ਇਲਜ਼ਾਮ ਇਹਨਾਂ ਨੇ ਇਸ ਲਈ ਬੈਂਸ ਸਾਹਿਬ ਦੇ ਉੱਪਰ ਲਗਾਏ ਸੀਗੇ ਤਾਂ ਕਿ ਉੱਥੇ ਦੀ ਟਾਵਰ ਲੋਕੇਸ਼ਨ ਆ ਜਾਊਗੀ, ਪਰ ਇਹ ਵੀ ਭੁੱਲ ਚੁੱਕੇ ਆ ਕਿ ਉੱਥੇ ਬੈਂਸ ਦੇ ਜਿਹੜਾ ਮੇਨ ਹਾਲ ਆ ਉਹਦੇ 'ਚ CCTV ਕੈਮਰਾ ਲੱਗਿਆ ਹੋਇਆ। ਜੇਕਰ ਮੀਡੀਆ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਸ਼ੰਕਾ ਹੈ ਤਾਂ ਉਸ CCTV ਦੀ ਫੁਟੇਜ ਕਢਾ ਸਕਦੇ ਆ। ਅਸੀਂ ਉਹਦੀ ਫੁਟੇਜ ਦੇਣ ਲਈ ਵਚਨਬੱਧ ਹਾਂ। ਤੇ ਇੱਕ ਇਹਨਾਂ ਨੇ ਤੁਹਾਡੇ ਸਵਾਲ ਕਰਨ ਤੋਂ ਪਹਿਲੇ ਮੈਂ ਤੁਹਾਨੂੰ ਜਵਾਬ ਦੇਵਾਂਗਾ, ਤੁਸੀਂ ਮੈਨੂੰ ਸਵਾਲ ਕਰੋਗੇ ਕਿ ਉਹ ਲੇਡੀ ਨੇ ਚੈਟ ਦਿਖਾਈ ਹੈ, ਚੈਟ ਦੀ ਨਾਲ ਆਡੀਓ ਵੀਡੀਓ ਵਿੱਚ ਉਹਨਾਂ ਨੇ ਕਿਹਾ ਸੀ ਵੀ ਵੀਡੀਓਜ਼ ਕਾਲਸ ਵੀ ਜਿਹੜੀਆਂ ਆਉਂਦੀਆਂ ਸੀਗੀਆਂ ਉਹਨਾਂ ਨੂੰ। ਲੈਟ ਮੀ ਕੰਪਲੀਟ। ਜਿਹੜਾ WhatsApp ਚੈਟ ਦਿਖਾਈ ਗਈ ਹੈ ਉਹ WhatsApp ਚੈਟ ਇੰਨੀ ਈਜ਼ੀ ਆ ਕਿ ਤੁਹਾਡੇ 'ਚੋਂ ਕੋਈ ਵੀ ਮੈਨੂੰ ਦੱਸੋ, ਮੈਨੂੰ ਕੋਈ ਵੀ ਜਾਣਾ ਕਹੇ ਕਿ ਮੰਨ ਲਓ ਮੇਰੇ ਨਾਲ ਚੈਟ ਸ਼ੋਅ ਕਰੋ, ਤੁਸੀਂ ਕੀ ਕਰਨਾ, ਸਿੰਪਲ ਆਪਣੇ ਫੋਨ ਦੇ ਵਿੱਚ ਜਿਹੜਾ ਅਗਲੇ ਦਾ ਨੰਬਰ ਹੈ ਤਾਂ ਉਹਨੂੰ ਮੰਨ ਲਓ ਤੁਸੀਂ ਇੱਕ ਸ਼ੋਅ ਕਰਨਾ ਵੀ ਮੇਰੇ ਨਾਲ ਜਿਹੜੀ ਤੁਹਾਡੀ ਗੱਲਬਾਤ ਹੋਈ ਆ ਤੇ ਤੁਹਾਡੀ ਬੈਂਸ ਸਾਹਿਬ ਨਾਲ ਗੱਲਬਾਤ ਹੋਈ ਆ। ਤੇ ਮੇਰਾ ਨੰਬਰ ਤੁਸੀਂ ਆਪਣੇ ਫੋਨ 'ਚ ਸਿਮਰਜੀਤ ਸਿੰਘ ਬੈਂਸ ਦੇ ਨਾਮ 'ਤੇ ਫੀਡ ਕਰ ਲਓ। ਮੈਂ ਆਪਣੀ ਜਿਹੜੇ WhatsApp ਦੀ DP ਆ ਬੈਂਸ ਸਾਹਿਬ ਵਾਲੀ ਲਾ ਦਿੰਦਾ ਤੇ ਜਿਹੜੀ ਮਰਜ਼ੀ ਤੁਸੀਂ ਚੈਟ ਕਰਕੇ ਤੇ ਉਹਦੇ ਸਕਰੀਨਸ਼ਾਟ ਲੈ ਲਓ। ਜਾਂ ਇਹ ਤੋਂ ਬਿਨਾਂ ਵੀ ਜਿਹੜਾ ਫੋਟੋਸ਼ਾਪ ਹੈਗੀ ਆ ਬਹੁਤ ਈਜ਼ੀਲੀ, ਮਤਲਬ ਮਹਿਜ਼ 10 ਮਿੰਟ ਦੇ ਵਿੱਚ ਤੁਸੀਂ ਕਿਸੇ ਨਾਲ ਕੋਈ ਵੀ ਡੇਟ ਟਾਈਮ ਦੇ ਸਕਰੀਨਸ਼ਾਟ ਤਿਆਰ ਕਰ ਸਕਦੇ ਹੋ। ਤੇ ਜੇ ਕਿਸੇ ਨੂੰ ਇਹਦੇ 'ਚ ਤੇ ਕੋਈ ਸ਼ੱਕ ਆ ਤਾਂ ਅਸੀਂ ਆਨਲਾਈਨ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਬੈਠ ਕੇ ਜਿਸ ਦਿਨ ਵੀ ਕਹੋਗੇ ਤੁਹਾਡੇ ਸਾਹਮਣੇ ਤੁਹਾਨੂੰ ਇਹ ਸਾਰਾ ਕਰਕੇ ਦਿਖਾ ਦਾਂਗੇ ਕਿ ਕਿਸ ਤਰ੍ਹਾਂ ਜਿਹੜੇ ਸਕਰੀਨਸ਼ਾਟ ਆ ਟੈਂਪਰਡ ਕੀਤੇ ਜਾਂਦੇ ਆ। ਰਹੀ ਗੱਲ WhatsApp ਚੈਟ ਦੀ, ਉਹਨੇ ਹਜੇ ਤੱਕ ਕੋਈ WhatsApp ਚੈਟ ਨਹੀਂ ਦਿਖਾਈ, ਸਿਰਫ ਸਕਰੀਨਸ਼ਾਟ ਦਿਖਾਏ ਆ। ਜਿਹੜੀਆਂ ਆਡੀਓ ਕਾਲਸ ਬਾਰੇ ਮੈਡਮ ਇੱਧਰੋਂ ਸਵਾਲ ਕਰ ਰਹੇ ਆ, ਆਡੀਓ ਕਾਲਸ ਉਹਦੇ 'ਚ ਕੋਈ ਐਸੀ ਗੱਲ ਨਹੀਂ, ਉਹਦੇ 'ਚ ਸਿੰਪਲ ਸਵਾਲ ਨੇ। ਆਪਾਂ ਹੁਣ ਕਿਸੇ ਨੂੰ ਕਾਲ ਕਰਦੇ ਹਾਂ ਵੀ ਅਸੀਂ ਤੁਹਾਡੇ ਕੋਲ ਕਿੰਨੇ ਵਜੇ ਆਈਏ, ਤੇ ਦਫ਼ਤਰ ਦੇ ਵਿੱਚ ਬੈਂਸ ਸਾਹਿਬ ਨੂੰ ਸੈਂਕੜੀ ਕਾਲਾਂ ਆਉਂਦੀਆਂ, ਮੈਂ ਉਹਨੂੰ ਦੱਸ ਦਿੰਦਾ ਵੀ ਇੰਨੇ ਕੁ ਵਜੇ ਆ ਜੀ, ਤੂੰ ਇੰਨੇ ਵਜੇ ਆ ਜੀ, ਟਾਈਮ ਦਿੱਤਾ ਜਾਂਦਾ ਹੈ ਦਫ਼ਤਰ ਦੇ ਵਿੱਚ। ਸੋ ਸਿੰਪਲ ਸਿਰਫ ਟਾਈਮ ਨਾਲ ਰਿਲੇਟਡ ਕਾਲਸ ਨੇ। ਇੱਕ ਕਾਲ ਉਹ ਹੈ ਜਿਹੜੀ ਦੋ ਔਰਤਾਂ ਦੇ ਵਿਚਾਲੇ ਵਾਇਰਲ ਕੀਤੀ ਗਈ ਆ, ਉਹਦੇ ਵਿੱਚ ਪਹਿਲਾਂ ਤਾਂ ਕਿਤੇ ਵੀ ਸਿਮਰਜੀਤ ਸਿੰਘ ਬੈਂਸ ਦਾ ਨਾਮ ਨਹੀਂ ਆਉਂਦਾ। ਦੂਸਰਾ, ਦੋ ਬੰਦੇ ਹੁਣ ਆਪਸ 'ਚ ਮੈਂ ਤੇ ਤੁਸੀਂ ਬੈਠ ਕੇ ਆਪਾਂ ਕੋਈ ਕਿਸੇ ਬਾਰੇ ਕੋਈ ਗੱਲ ਕਰੀ ਜਾਈਏ ਤੇ ਉਹਦੇ ਤੋਂ ਕੁਝ ਸਾਬਤ ਨਹੀਂ ਹੁੰਦਾ ਕਿ ਤੁਸੀਂ ਕਿਸੇ ਲੀਡਰ ਬਾਰੇ ਇਹ ਗੱਲ ਕਰ ਰਹੇ ਹੋ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲ ਰਿਲੇਟਡ ਅਸੀਂ ਹੋਰ ਵੀ ਖੁਲਾਸੇ ਕਰਾਂਗੇ। ਇਹ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਸੀਗੀ ਇਹੀ ਸੀ। ਬਾਕੀ ਹੁਣ ਜੇ ਤੁਹਾਡਾ ਕੋਈ ਸਵਾਲ ਆ ਸਰ, ਇੱਕ ਉਹ ਕਹਿੰਦੇ ਨੇ ਵੀ ਸਾਨੂੰ ਸੰਡੇ ਨੂੰ ਬੁਲਾਇਆ ਗਿਆ, ਵੀ ਉਦੋਂ ਦਫ਼ਤਰ 'ਚ ਛੁੱਟੀ ਸੀਗੀ, ਮੈਨੂੰ ਉਦੋਂ ਬੁਲਾਇਆ ਗਿਆ, ਉਸ ਦੀ ਵੀ ਐਲੀਗੇਸ਼ਨ ਲਾਏ ਨੇ ਵੀ ਐਤਵਾਰ ਵਾਲੀ ਛੁੱਟੀ ਵਾਲੇ ਦਿਨ ਬੁਲਾਇਆ ਗਿਆ ਜੀ। ਇਹ ਬੜੀ ਹਾਸੋਹੀਣੀ ਗੱਲ ਆ। ਤੁਸੀਂ ਕੋਈ ਵੀ ਬੰਦਾ ਜਾ ਕੇ ਬੈਂਸ ਸਾਹਿਬ ਦੇ ਏਰੀਏ 'ਚ ਇਲਾਕੇ 'ਚ ਪਤਾ ਕਰੋ, ਤੁਸੀਂ ਐਤਵਾਰ ਦੀ ਛੁੱਟੀ ਦੀ ਗੱਲ ਕਰਦੇ ਹੋ। ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡਾ ਤਿਉਹਾਰ ਦੀਵਾਲੀ ਦਾ ਹੁੰਦਾ। ਦੀਵਾਲੀ ਆਪਾਂ ਸਭ ਤੋਂ ਮੇਨ ਤਿਉਹਾਰ ਮੰਨਦੇ ਹਾਂ ਤੇ ਸਿਮਰਜੀਤ ਬੈਂਸ ਦਾ ਦਫ਼ਤਰ ਦੀਵਾਲੀ ਵਾਲੀ ਰਾਤ ਵੀ ਲੱਗਦਾ। ਮੈਂ ਖੁਦ ਗਿਆ, ਕੋਈ ਸੰਡੇ ਦੀ ਉੱਥੇ ਛੁੱਟੀ ਨਹੀਂ ਹੁੰਦੀ। 24/7 12 ਮਹੀਨੇ 30 ਦਿਨ ਸਿਮਰਜੀਤ ਸਿੰਘ ਬੈਂਸ ਦਾ ਦਫ਼ਤਰ ਲੱਗਦਾ। ਕੋਈ ਤਿਉਹਾਰ ਹੋਵੇ, ਕੋਈ ਦਿਨ ਹੋਵੇ, ਮੈਂ ਤੁਹਾਨੂੰ ਦੱਸਿਆ ਨਾ ਵੀ ਦੀਵਾਲੀ ਦੀ ਰਾਤ ਵੀ, ਚਾਹੇ ਕੋਈ ਉਸ ਦਿਨ ਲੋਕ ਨਹੀਂ ਆਉਂਦੇ ਦੀਵਾਲੀ ਦੀ ਰਾਤ, ਕਿਉਂਕਿ ਹਰ ਬੰਦਾ ਆਪਦੇ ਘਰੇ ਆਉਂਦਾ, ਪਰ ਬੈਂਸ ਸਾਹਿਬ 5-10 ਮਿੰਟ ਵਾਸਤੇ ਗੇੜਾ ਮਾਰਨ ਜ਼ਰੂਰ ਆਉਂਦੇ ਆ ਵੀ ਕਿਸੇ ਨੂੰ ਜੇ ਕੋਈ ਐਮਰਜੈਂਸੀ ਹੈ। ਸੋ ਸਾਰੇ ਫੇਕ ਐਲੀਗੇਸ਼ਨਸ ਨੇ, ਇਹਨਾਂ ਦਾ ਕੋਈ ਮੂੰਹ ਮੱਥਾ ਨਹੀਂ।